ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਆਪ ਜੀ ਦਾ ਸਾਡੇ ਪੰਜਾਬੀ ਕਲਾਸਿਸ ਚੈਨਲ ਵਿੱਚ ਬਹੁਤ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਅਸੀਂ 12th ਕਲਾਸ ਦੇ ਸੈਕਿੰਡ ਟਰਮ ਦੇ ਸੈਂਪਲ ਪੇਪਰ ਨੂੰ ਵੇਖਣਗੇ ਤੇ 12th ਕਲਾਸ ਸਾਡੀ ਬੋਰਡ ਦੀ ਹੁੰਦੀ ਹੈ ਤੇ ਇਸ ਲਈ ਸਾਡੇ ਸੈਂਪਲ ਪੇਪਰ ਬਹੁਤ ਜ਼ਰੂਰੀ ਹੁੰਦੇ ਹਨ ਕਿ ਸਾਡਾ ਪੇਪਰ ਕਿਸ ਪੈਟਰਨ 'ਤੇ ਆਵੇਗਾ। ਤੇ ਸਾਡਾ ਪੇਪਰ 40 ਮਾਰਕਸ ਦਾ ਆਵੇਗਾ। ਇਸ ਵਿੱਚ ਸਾਨੂੰ 2 ਘੰਟੇ ਦਿੱਤੇ ਜਾਣਗੇ ਤੇ ਪੇਪਰ ਨੂੰ ਅਸੀਂ ਬਹੁਤ ਚੰਗਾ ਕਰਨਾ ਹੈ ਤੇ ਇਸ ਵਿੱਚ ਸਾਨੂੰ ਕੁਝ ਆਮ ਨੀਤੀ ਨਿਰਦੇਸ਼ ਦਿੱਤੇ ਹੋਏ ਹਨ ਜੋ ਤੁਸੀਂ ਆਪਣੇ ਆਪ ਪੜ੍ਹ ਸਕਦੇ ਹੋ। ਤੇ ਹੁਣ ਅਸੀਂ ਵੀਡੀਓ ਨੂੰ ਸਟਾਰਟ ਕਰ ਲੈਂਦੇ ਹਨ ਤੇ ਆਪਣਾ ਸੈਂਪਲ ਪੇਪਰ ਨੂੰ ਵੇਖ ਲੈਂਦੇ ਹਨ। ਤੁਸੀਂ ਪੜ੍ਹੇ ਲਿਖੇ ਨੌਜਵਾਨ ਹੋ। ਭਾਰਤ ਵਿੱਚ ਬੀਮਾ ਨਿਗਮ ਨੂੰ ਆਪਣੀ ਯੋਗਤਾ ਦੱਸਦੇ ਹੋਏ ਬੀਮਾ ਏਜੰਟ ਬਣਨ ਲਈ ਪੱਤਰ ਲਿਖੋ। ਤੇ ਇਸ ਵਿੱਚ ਸਾਨੂੰ ਪੱਤਰ ਲਿਖਣਾ ਹੋਵੇਗਾ ਜਿਸ ਵਿੱਚ ਸਾਨੂੰ ਚੋਇਸ ਵੀ ਦਿੱਤੀ ਹੋਈ ਹੈ। ਆਪਣੇ ਜ਼ਿਲ੍ਹੇ ਦੇ ਆਮਦਨ ਕਰ ਅਧਿਕਾਰੀ ਨੂੰ ਪੱਤਰ ਲਿਖੋ ਜਿਸ ਵਿੱਚ ਤੁਹਾਡੇ ਵੱਲੋਂ ਵੱਧ ਜਮ੍ਹਾਂ ਕਰਵਾਇਆ ਗਿਆ ਟੈਕਸ ਵਾਪਸ ਕਰਨ ਲਈ ਬੇਨਤੀ ਕੀਤੀ ਗਈ ਹੋਵੇ। ਤੇ ਇਸ ਵਿੱਚ ਸਾਨੂੰ ਪੱਤਰ ਲਿਖਣਾ ਹੈ ਜਿਸ ਵਿੱਚ ਸਾਨੂੰ ਚੋਇਸ ਦਿੱਤੀ ਹੋਈ ਹੈ। ਇਹ ਕੁੱਲ 8 ਮਾਰਕਸ ਦਾ ਆਵੇਗਾ। ਪ੍ਰਸ਼ਨ ਸੈਕਿੰਡ, ਦਿੱਤੇ ਗਏ ਕਿਸੇ ਇੱਕ ਵਿਸ਼ੇ ਤੇ ਪੈਰਾ ਰਚਨਾ ਕਰੋ। ਤੇ ਇਸ ਵਿੱਚ ਸਾਨੂੰ ਲੇਖ ਲਿਖਣਾ ਹੈ। ਐਸੇ 125 ਤੇ 150 ਸ਼ਬਦਾਂ ਵਿੱਚ ਸਾਨੂੰ ਲਿਖਣਾ ਹੈ ਜੋ ਸਾਡਾ 10 ਮਾਰਕਸ ਦਾ ਆਵੇਗਾ। ਡਿਕਸ਼ਨਰੀ ਦੀ ਵਰਤੋਂ, ਨੈਤਿਕ ਕਦਰਾਂ ਕੀਮਤਾਂ। ਤੇ ਇਸ ਵਿੱਚ ਵੀ ਸਾਨੂੰ ਚੋਇਸ ਦਿੱਤੀ ਹੋਈ ਹੈ ਤੇ ਸਾਨੂੰ ਸਭ ਤੋਂ ਪਹਿਲਾਂ ਪੇਪਰ ਵਿੱਚ ਲੈਟਰ ਤੇ ਐਸੇ ਹੀ ਆਵੇਗਾ ਤੇ ਇਹ ਕੁੱਲ 18 ਮਾਰਕਸ ਦਾ ਹੋਵੇਗਾ। ਹੁਣ ਅਸੀਂ ਦੇਖ ਲੈਂਦੇ ਹਨ ਐਡਵਾਂਸ ਪੜ੍ਹਨ ਕੌਸ਼ਲ। ਹੇਠ ਦਿੱਤੇ ਗਏ ਕਿਸੇ ਇੱਕ ਪੈਰੇ ਨੂੰ ਸੰਖੇਪ ਕਰਕੇ ਲਿਖੋ ਅਤੇ ਉਸਦਾ ਸਿਰਲੇਖ ਵੀ ਲਿਖੋ। ਤੇ ਸਾਨੂੰ ਜੋ ਪੈਰਾ ਦਿੱਤਾ ਹੋਵੇਗਾ ਉਸਦਾ ਸਾਨੂੰ ਸਿਰਲੇਖ ਲਿਖਣਾ ਹੈ ਜੋ 1 ਮਾਰਕਸ ਦਾ ਹੁੰਦਾ ਹੈ ਤੇ ਸੰਖੇਪ ਰਚਨਾ ਲਿਖਣੀ ਹੈ ਜੋ ਸਾਡੀ 7 ਮਾਰਕਸ ਦੀ ਹੁੰਦੀ ਹੈ। ਤੇ ਵਿਦਿਆਰਥੀ ਆਪਣੀ ਜਾਣਕਾਰੀ ਤੇ ਸੋਚ ਤੇ ਬੁੱਧੀ ਮੁਤਾਬਕ ਲਿਖਣਗੇ। ਤੇ ਇਹ ਹੈ ਪੈਰਾ, ਤੁਸੀਂ ਵੇਖ ਸਕਦੇ ਹੋ। ਤੇ ਇਸ ਵਿੱਚ ਵੀ ਸਾਨੂੰ ਚੋਇਸ ਦਿੱਤੀ ਹੋਈ ਹੈ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਤੇ ਇਸ ਨੂੰ ਪੜ੍ਹ ਸਕਦੇ ਹੋ। ਹੁਣ ਅਸੀਂ ਅੱਗੇ ਵੇਖ ਲੈਂਦੇ ਹਨ ਥਰਡ, ਸਾਹਿਤ ਪਾਠ ਪੁਸਤਕਾਂ ਆਧਾਰਿਤ ਪ੍ਰਸ਼ਨ, ਚੋਣ ਆਧਾਰਿਤ। ਇਹ ਕੁੱਲ 14 ਮਾਰਕਸ ਦਾ ਆਵੇਗਾ। ਕਵਿਤਾਵਾਂ ਵਿੱਚੋਂ ਕਿਸੇ ਦੇ ਪ੍ਰਸ਼ਨਾਂ ਦੇ ਉੱਤਰ 20-25 ਸ਼ਬਦਾਂ ਵਿੱਚ ਲਿਖੋ। ਜੰਗ ਵਿੱਚ ਲੜ ਕੇ ਸਿਪਾਹੀ ਮੇਰੇ ਆਉਣਗੇ। ਇਸ ਤੁਕ ਵਿੱਚ ਕਵੀ ਜੰਗ ਵਿੱਚ ਕਿਸ ਦੇ ਆਉਣ ਦੇ ਬਾਰੇ ਕਹਿੰਦਾ ਹੈ। ਇਸ ਤੁਕ ਵਿੱਚ ਕਵੀ ਨੇ ਮਾਤਾ ਗੁਜਰੀ ਜੀ ਵੱਲੋਂ ਆਪਣੇ ਵੱਡੇ ਪੋਤਰੀਆਂ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜੁਗਾਰ ਸਿੰਘ ਨੂੰ ਯਾਦ ਕਰਦਿਆਂ ਉਹਨਾਂ ਦੇ ਜੰਗ ਦੇ ਮੈਦਾਨ ਵਿੱਚੋਂ ਵਾਪਸ ਆਉਣ ਦੀ ਉਡੀਕ ਨੂੰ ਪੇਸ਼ ਕੀਤਾ ਹੈ। ਕਵਿਤਾ ਵਿੱਚ ਲਹੂ ਭਿੱਜੀ ਘੋੜੀ ਬੁੱਬਾ ਮਾਰਦੀ ਤੋਂ ਕੀ ਭਾਵ ਹੈ। ਲਹੂ ਭਿੱਜੀ ਘੋੜੀ ਬੁੱਬਾ ਮਾਰਨ ਤੋਂ ਕਵੀ ਨੇ ਇਹ ਭਾਵ ਦੱਸਦਿਆ ਹੈ ਕਿ ਦੋਨੋਂ ਵੱਡੇ ਸ਼ਹਿਜ਼ਾਦੇ ਸ਼ਹੀਦ ਹੋ ਗਏ ਸਨ ਤੇ ਜ਼ਖਮੀ ਘੋੜੀ ਆਪਣੇ ਬਹਾਦਰ ਸਵਾਰਾਂ ਨੂੰ ਵਾਪਸ ਨਾ ਲਿਆਉਣ ਕਰਕੇ ਬੁੱਬਾ ਮਾਰ ਕੇ ਰੋਂਦੀ ਹੈ। ਪ੍ਰਸ਼ਨ 6, ਮੇਰਾ ਬਚਪਨ ਕਵਿਤਾ ਵਿੱਚ ਕਵੀ ਦੀ ਮਾਂ ਦੀ ਕੁਰਲਾਉਂਦੀ ਹੈ। ਇਸ ਕਵਿਤਾ ਵਿੱਚ ਮਾਂ ਆਪਣੇ ਬੱਚੇ ਦੇ ਗੁਆਚ ਚੁੱਕੇ ਬਚਪਨ ਦਾ ਕਾਰਨ ਆਪਣੇ ਪਤੀ ਦੀ ਮੌਤ ਨੂੰ ਸਮਝਦੀ ਹੈ ਤੇ ਉਹ ਕੁਰਲਾ ਕੇ ਆਪਣੇ ਪੁੱਤਰ ਨੂੰ ਕਹਿੰਦੀ ਹੈ ਕਿ ਤੇਰਾ ਬਚਪਨ ਉਸ ਸਮੇਂ ਆਪਣੇ ਹੱਥੀਂ ਜਲਾ ਦਿੱਤਾ ਜਦੋਂ ਤੇਰੇ ਪਿਤਾ ਦੀ ਚਿਤਾ ਜਲਾਈ ਸੀ। ਪ੍ਰਸ਼ਨ 7, ਕਵੀ ਆਪਣੀ ਮਾਂ ਬਾਰੇ ਕੀ ਭਾਵ ਪੇਸ਼ ਕਰਦਾ ਹੈ। ਕਵੀ ਆਪਣੀ ਮਾਂ ਬਾਰੇ ਭਾਵ ਪੇਸ਼ ਕਰਦਾ ਹੋਇਆ ਕਹਿੰਦਾ ਹੈ ਕਿ ਮੈਂ ਆਪਣੀ ਮਾਂ ਦਾ ਇਕਲੌਤਾ ਸਹਾਰਾ ਹਾਂ, ਉਸਦਾ ਪਰਛਾਵਾਂ ਹਾਂ। ਮੇਰੀ ਮਾਂ ਨੇ ਬਹੁਤ ਦੁੱਖ ਸਹਿ ਕੇ ਮੈਨੂੰ ਪਾਲਿਆ ਹੈ। ਮੈਂ ਉਸ ਨੂੰ ਕਦੇ ਖੁਸ਼ ਨਹੀਂ ਦੇਖਿਆ। ਉਸ ਨੇ ਨੈਣ ਹਮੇਸ਼ਾ ਹੰਝੂਆਂ ਨਾਲ ਭਰੇ ਹੀ ਰਹਿੰਦੇ ਸੀਗੇ। ਕਹਾਣੀ ਵਿੱਚੋਂ ਕਿਸੇ ਇੱਕ ਪ੍ਰਸ਼ਨ ਦਾ ਉੱਤਰ 30-35 ਸ਼ਬਦਾਂ ਵਿੱਚ ਲਿਖੋ ਜੋ ਸਾਡਾ 4 ਮਾਰਕਸ ਦਾ ਆਵੇਗਾ। ਪ੍ਰਸ਼ਨ 8, ਲੇਖਕ ਦੀ ਪਤਨੀ ਬੇਚੈਨ ਕਿਉਂ ਹੋ ਰਹੀ ਸੀ। ਲੇਖਕ ਦੀ ਪਤਨੀ ਸਬਜ਼ੀ ਮੰਡੀ ਤੋਂ 2 ਰੁਪਏ ਵਿੱਚ ਰਿਕਸ਼ਾ ਕਰਕੇ ਘਰ ਆਈ ਸੀ ਪਰ ਰਿਕਸ਼ੇ ਵਾਲਾ ਸਫ਼ਰ ਜ਼ਿਆਦਾ ਹੋਣ ਦਾ ਕਹਿ ਕੇ 3 ਰੁਪਏ ਮੰਗਦਾ ਹੈ
ਤਾਂ ਉਹ ਉਸ ਨੂੰ 2.5 ਰੁਪਏ ਦੇ ਦਿੰਦੀ ਹੈ, ਪਰ ਰਿਕਸ਼ਾ ਵਾਲਾ 3 ਰੁਪਏ ਲੈਣ ਦੀ ਜ਼ਿੱਦ ਕਰਦਾ ਹੈ ਤੇ ਪੈਸੇ ਵਗਾ ਕੇ ਮਾਰਦਾ ਹੈ। ਲੇਖਕ ਨੂੰ ਗੁੱਸਾ ਆ ਜਾਂਦਾ ਹੈ ਤੇ ਉਹ ਉਸ ਨੂੰ ਮਾਰਨ ਲੱਗਦਾ ਹੈ, ਪਰ ਉਸ ਦੀ ਪਤਨੀ ਉਸ ਨੂੰ ਰੋਕ ਲੈਂਦੀ ਹੈ। ਗਰੀਬ ਆਦਮੀ ਨੂੰ ਪੈਸੇ ਦੇਣ ਲਈ ਉਹ ਬੇਚੈਨ ਹੋ ਕੇ ਅੰਦਰ ਬਾਹਰ ਆਂਦੀ ਜਾਂਦੀ ਲੇਖਕ ਨੂੰ ਕਈ ਉਦਾਹਰਨਾਂ ਦੇ ਕੇ ਅਸਿੱਧੇ ਢੰਗ ਨਾਲ ਰਿਕਸ਼ੇ ਵਾਲੇ ਨੂੰ ਪੂਰੇ ਪੈਸੇ ਦੇਣਾ ਚਾਹੁੰਦੀ ਹੈ। ਤੇ ਇਸ ਦਾ ਉੱਤਰ ਸੀਗਾ। ਹੁਣ ਅਸੀਂ ਨੈਕਸਟ ਕੁਐਸਚਨ ਵੀ ਪੜ੍ਹ ਲੈਂਦੇ ਹਨ। ਪ੍ਰਸ਼ਨ ਨੰਬਰ 9, ਲੇਖਕ ਦੇ ਰਿਕਸ਼ੇ ਵਾਲੇ ਪ੍ਰਤੀ ਕੀ ਵਿਚਾਰ ਸਨ? ਲੇਖਕ ਦੇ ਰਿਕਸ਼ੇ ਵਾਲੇ ਬਾਰੇ ਕੋਈ ਵਧੀਆ ਵਿਚਾਰ ਨਹੀਂ ਸਨ। ਉਸ ਦੀਆਂ ਨਜ਼ਰਾਂ ਵਿੱਚ ਰਿਕਸ਼ੇ ਵਾਲਾ ਆਪਣੀ ਦਿੱਖ ਤੋਂ ਇੱਕ ਜਰਾਇਮ ਪੇਸ਼ਾ ਲੱਗਦਾ ਸੀ। ਉਸ ਨੂੰ ਲੱਗਦਾ ਹੈ ਕਿ ਉਸ ਦੀਆਂ ਭੁੱਖੀਆਂ ਨਜ਼ਰਾਂ ਇਸ ਤਰ੍ਹਾਂ ਹੈਰਾਨੀ ਨਾਲ ਵੇਖਦੀਆਂ ਸਨ ਜਿਵੇਂ ਕੁਝ ਚੰਗਾ ਵੇਖਿਆ ਹੀ ਨਹੀਂ ਹੁੰਦਾ। ਜਦੋਂ ਇੱਕ ਹੋਰ ਰਿਕਸ਼ੇ ਵਾਲਾ ਉਸ ਨੂੰ ਰਿਕਸ਼ੇ ਵਾਲੇ ਕੋਲ ਆ ਕੇ ਥੋੜੇ ਜਾਂਦਾ ਹੈ, ਉਦੋਂ ਲੇਖਕ ਨੂੰ ਲੱਗਦਾ ਹੈ ਕਿ ਹੁਣ ਉਹ ਰਿਕਸ਼ੇ ਵਾਲੇ ਇਕੱਠੇ ਕਰਕੇ ਉਸ ਨਾਲ ਝਗੜਾ ਕਰੇਗਾ। ਪੰਜਾਬੀ ਸੱਭਿਆਚਾਰ ਦੀ ਜਾਣ ਪਹਿਚਾਣ। ਕਿਸੇ 2 ਪ੍ਰਸ਼ਨਾਂ ਦੇ ਉੱਤਰ 20-25 ਸ਼ਬਦਾਂ ਵਿੱਚ ਲਿਖੋ ਜੋ ਸਾਡੇ 6 ਮਾਰਕਸ ਦੇ ਆਵੇਂਗੇ। ਪ੍ਰਸ਼ਨ 10, ਪੰਜਾਬ ਦੇ ਬਹੁਤੇ ਸੰਸਕਾਰ ਕਿਹਨਾਂ ਰਾਹੀਂ ਨੇਪਰੇ ਚੜ ਜਾਂਦੇ ਹਨ ਅਤੇ ਕਿਉਂ? ਬਹੁਤੇ ਸੰਸਾਰ ਅਗਨੀ, ਪਾਣੀ, ਲੋਹੇ, ਅਨਾਜ ਅਤੇ ਬਿਰਖਾਂ ਦੀਆਂ ਟਾਹਣੀਆਂ ਰਾਹੀਂ ਨੇਪਰੇ ਚਾੜੇ ਜਾ ਰਹੇ ਹਨ। ਅਗਨੀ ਚਾੜਨ ਦਾ ਚਿੰਨ੍ਹ ਹੈ, ਪਾਣੀ ਸ਼ੁੱਧਤਾ ਦਾ, ਲੋਹਾ ਬਚਾਅ ਦਾ, ਅਨਾਜ ਚੜਾਵੇ ਦਾ ਅਤੇ ਬਿਰਖ ਦੀ ਟਾਹਣੀ ਦਾ। ਹਰੀ ਘਾਹ, ਜਿਸ ਨੂੰ ਦਬ ਵੀ ਕਹਿੰਦੇ ਹਨ, ਚੰਗੇ ਸ਼ਗਨਾਂ ਦਾ ਸੂਚਕ ਮੰਨਿਆ ਜਾਂਦਾ ਹੈ। ਪ੍ਰਸ਼ਨ 11, ਸਾਹੇ ਦੀ ਚਿੱਠੀ ਕੌਣ ਤੇ ਕਿਵੇਂ ਭੇਜਦੇ ਹਨ? ਜਦ ਵਿਆਹ ਵਿੱਚ ਥੋੜੇ ਦਿਨ ਰਹਿ ਜਾਣ ਤਾਂ ਕੁੜੀ ਵਾਲੇ ਸਾਹੇ ਦੀ ਚਿੱਠੀ ਜਾਂ ਲਗਨ ਲਿਆਉਂਦੇ ਹਨ। ਚਿੱਠੀ ਨੂੰ ਦਬ, ਚੌਲ, ਹਲਦੀ, ਘਮਣੀ ਆਦਿ ਵਿੱਚ ਲਪੇਟ ਕੇ ਪੰਡਤ ਜਾਂ ਵਿਚੋਲੇ ਆਦਿ ਦੇ ਹੱਥ ਮੁੰਡੇ ਵਾਲਿਆਂ ਨੂੰ ਭੇਜਿਆ ਜਾਂਦਾ ਹੈ। ਪ੍ਰਸ਼ਨ 11, ਖੇਡਣਾ ਮਨੁੱਖ ਨੂੰ ਮੂਲ ਪ੍ਰਵਿਰਤੀ ਹੈ। ਪੰਜਾਬ ਦੀ ਲੋਕ ਖੇਡਾਂ ਪਾਠ ਦੇ ਆਧਾਰ ਤੇ ਸਪਸ਼ਟ ਕਰੋ। ਖੇਡਣਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ। ਕੁਦਰਤ ਨੇ ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਭਰਿਆ ਹੈ। ਆਪਣੇ ਜੁੱਸੇ ਵਿੱਤ ਕੇ ਸੁਭਾਅ ਅਨੁਸਾਰ ਉਸ ਨੂੰ ਆਪਣੇ ਆਪੋ ਖੇਡਾਂ ਦੀ ਸਿਰਜਣਾ ਕੀਤੀ ਹੈ। ਇਹ ਮਨੁੱਖ ਦੇ ਸਰਬਪੱਖੀ ਵਿਕਾਸ ਦਾ ਮਹੱਤਵਪੂਰਨ ਸਰੋਤ ਹੈ। ਬੱਚੇ ਦੇ ਜਨਮ ਲੈਣ ਨਾਲ ਬੱਚੇ ਦੀ ਖੇਡ ਪ੍ਰਕਿਰਿਆ ਆਰੰਭ ਹੋ ਜਾਂਦੀ ਹੈ। ਪ੍ਰਸ਼ਨ 13, ਪੰਜਾਬ ਦੀ ਕਿਸੇ ਇੱਕ ਲੋਕ ਖੇਡ ਬਾਰੇ ਜਾਣਕਾਰੀ ਦਿਓ। ਸੋਚੀ ਪੱਕੀ, ਕਬੱਡੀ, ਖਿੱਦੋਰ ਕੁੱਟੀ। ਸੋਚੀ ਪੱਕੀ ਪੰਜਾਬੀ ਜਵਾਨਾਂ ਦੀ ਮਨਪਸੰਦ ਖੇਡ ਰਹੀ ਹੈ। ਮੇਲਿਆਂ, ਮੁਸਾਫਰੀਆਂ ਤੇ ਆਮ ਕਰਕੇ ਛਪਾਰ ਤੇ ਮੇਲੇ ਦੇ ਖਾਸ ਕਰਕੇ ਮੋਚੀ ਪੱਕੀ ਤੇ ਮੁਕਾਬਲੇ ਹੋਇਆ ਕਰਦੇ ਹਨ, ਜਿਨ੍ਹਾਂ ਨੂੰ ਦਰਸ਼ਕ ਬੜੇ ਉਤਸ਼ਾਹ ਨਾਲ ਵੇਖ ਕੇ ਆਨੰਦ ਮਾਣਦੇ ਸਨ। ਇਸ ਖੇਡ ਰਾਹੀਂ ਗੱਭਰੂ ਅਤੇ ਸਰੀਰਕ ਬਲ ਦਾ ਪ੍ਰਗਟਾਵਾ ਕਰਦੇ ਸਨ। ਇਸ ਖੇਡ ਕਿਸੇ ਹੱਦ ਤੱਕ ਬੋਕਸਿੰਗ ਨਾਲ ਮਿਲਦੀ ਜੁਲਦੀ ਖੇਡ ਹੈ। ਕਬੱਡੀ ਪੰਜਾਬੀਆਂ ਰਾਸ਼ਟਰੀ ਖੇਡ ਹੈ, ਜਿਸ ਰਾਹੀਂ ਇਹਨਾਂ ਦੇ ਸੁਭਾਅ ਅਤੇ ਉਹਨਾਂ ਦੇ ਸਰੀਰਕ ਬਲ ਦਾ ਪ੍ਰਗਟਾਵਾ ਹੁੰਦਾ ਹੈ। ਲੰਬੀ ਕੌਡੀ, ਗੁੰਗੀ ਕੌਡੀ, ਸੋਚੀ ਪੱਕੀ ਆਦਿ ਕਬੱਡੀ ਦੀ ਕਿਸਮਾਂ ਬੜੀਆਂ ਹਰਮਨ ਪਿਆਰੀਆਂ ਰਹੀਆਂ ਹਨ। ਅੱਜ ਕੱਲ੍ਹ ਇਹ ਕੌਡੀਆਂ ਖੇਡੀਆਂ ਨਹੀਂ ਜਾਂਦੀਆਂ। ਇਹਨਾਂ ਦੀ ਥਾਂ ਨੈਸ਼ਨਲ ਸਟਾਈਲ ਕਬੱਡੀ ਨੇ ਲੈ ਲਈ ਹੈ। ਖਿੱਦੋ ਕੁੰਡੀ ਬੜੀ ਰੌਚਕ ਖੇਡ ਰਹੀ ਹੈ। ਲੀਰਾਂ ਦੀਆਂ ਖਿਦੋਈਆਂ ਅਤੇ ਕਿਕਰਾਂ ਬੇਰੀਆਂ ਦੇ ਖੁੰਡਿਆਂ ਨਾਲ ਇਹ ਖੇਡਾਂ ਖੇਡੀਆਂ ਜਾਂਦੀਆਂ ਸਨ। ਖਿੱਦੋ ਖੁੰਡੀ ਦੀ ਥਾਂ ਹੁਣ ਹਾਕੀ ਨੇ ਮੱਲ ਲਈ ਸੀਗਾ 12th ਕਲਾਸ ਦੀ ਬੋਰਡ ਐਗਜ਼ਾਮ ਦਾ ਸੈਂਪਲ ਪੇਪਰ। ਵੀਡੀਓ ਅੱਛੀ ਲੱਗੀ ਹੋ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ, ਆਪਣੇ ਫਰੈਂਡਸ ਦੇ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਪੇਪਰ ਦਾ ਪੈਟਰਨ ਸਮਝ ਆ ਸਕਣ। ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ।